ਇੱਕ ਦੌਰ ਸੀ ਜਦੋਂ ਪਿੰਡ ਦੇ ਜ਼ਮੀਂਦਾਰ ਤੇ ਸੀਰੀ ਦੇ ਬੱਚੇ ਇੱਕੋ ਸਕੂਲ 'ਚ ਪੜ੍ਹਦੇ ਸੀ। ਇਕੱਠੇ ਖੇਡਣਾ, ਇਕੱਠੇ ਪੜ੍ਹਨਾ ਤੇ ਇੱਕ ਦੂਜੇ ਦਾ ਦਰਦ ਵੰਡਾਉਣਾ। ਪਰ ਹੁਣ ਸਿੱਖਿਆ ਨੀਤੀ 'ਚ ਨਿੱਜੀ ਸਿੱਖਿਆ ਸੰਸਥਾਨਾਂ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਨੇ ਇਹ ਵਰਤਾਰਾ ਬਦਲ ਕੇ ਰੱਖਤਾ ਤੇ ਹੁਣ ਅਸੀਂ ਪੂਰਨ ਤੌਰ ਤੇ ਸਪਲਿਟ ਸੁਸਾਇਟੀ ਮਤਲਬ ਵੰਡੇ ਹੋਏ ਸਮਾਜ 'ਚ ਰਹਿ ਰਹੇ ਹਾਂ। ਮੈਂ ਗਗਨਦੀਪ ਸਿੰਘ ਦ ਸਟੋਰੀ 'ਚ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਗੱਲ ਕਰਾਂਗੇ ਸਿੱਖਿਆ ਦੇ ਵਿੱਚ ਵੱਧ ਰਹੇ ਨਿੱਜੀਕਰਨ ਬਾਰੇ। ਅਸੀਂ ਗੱਲਬਾਤ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਪ੍ਰੋਫੈਸਰ ਕੁਲਦੀਪ ਸਿੰਘ ਨਾਲ। ਅਸੀਂ ਉਹਨਾਂ ਨਾਲ ਨਿੱਜੀਕਰਨ ਦੇ ਸ਼ੁਰੂਆਤੀ ਕਾਰਨਾਂ ਬਾਰੇ ਤੇ ਇਸ ਤੇ ਸੁਸਾਇਟੀ 'ਚ ਵੱਧ ਰਹੇ ਇੰਪੈਕਟ ਬਾਰੇ ਗੱਲਬਾਤ ਕੀਤੀ। ਪ੍ਰਾਈਵੇਟ ਸਕੂਲ ਖੁੱਲ੍ਹਣ ਦਾ ਵਰਤਾਰਾ ਅਸਲ ਦੇ ਵਿੱਚ 80ਵੇਂ ਦੇ ਦੌਰ ਦੇ ਵਿੱਚ ਸ਼ੁਰੂ ਹੋ ਜਾਂਦਾ, ਜਦੋਂ ਪੰਜਾਬ ਦੇ ਵਿੱਚ ਵੱਖ-ਵੱਖ ਪੱਧਰ 'ਤੇ ਪੰਜਾਬ ਦੇ ਵਿੱਚ ਰਾਜਨੀਤਿਕ ਮਾਹੌਲ ਇਸ ਕਿਸਮ ਦਾ ਬਣਿਆ ਸੀ ਕਿ ਜਿਸ ਰਾਜਨੀਤਿਕ ਮਾਹੌਲ ਦੇ ਵਿੱਚ ਵੱਖ-ਵੱਖ ਸੰਸਥਾਵਾਂ ਨੇ ਡਿੱਗਣਾ ਸ਼ੁਰੂ ਕੀਤਾ ਸੀ, ਉਸ ਵੇਲੇ ਕਿਉਂਕਿ ਸਭ ਤੋਂ ਵੱਡਾ ਇੰਪੈਕਟ ਆ ਜਿਹੜਾ ਸਕੂਲਾਂ 'ਤੇ ਪਿਆ ਅਤੇ ਸਕੂਲ ਵੱਡੀ ਪੱਧਰ 'ਤੇ ਪਿੰਡ, ਖਾਸ ਕਰ ਪੇਂਡੂ ਖੇਤਰ 'ਚ ਬੰਦ ਰਹੇ। ਜਿਹੜਾ ਉਸ ਵੇਲੇ ਦਾ ਕਾਲੇ ਦੌਰ ਦਾ ਮਸਲਾ ਇਹ ਆ ਕਿ ਜਦੋਂ ਸਕੂਲ ਬੰਦ ਸੀਗੇ, ਵੱਖ-ਵੱਖ ਪੱਧਰ 'ਤੇ ਮਿਲਟਰੀ, ਪੈਰਾਮਿਲਟਰੀ ਫੋਰਸਿਸ ਕਈ ਪੱਧਰ 'ਤੇ ਉਸ ਕਿਸਮ ਦਾ, ਕਿਉਂਕਿ ਸਭ ਤੋਂ ਵੱਧ ਜਿਹੜਾ ਇੰਪੈਕਟ ਪੈਂਦਾ ਉਹ ਬੱਚਿਆਂ 'ਤੇ ਪੈਂਦਾ ਅਤੇ ਡਰ ਗਰਵਾ ਮਾਹੌਲ ਸੀ। ਬਹੁਤ ਕਈ ਦਿਨ ਸਕੂਲ ਨਹੀਂ ਸੀ ਲੱਗਦੇ। ਇਸ ਕਰਕੇ ਉਸ ਵੇਲੇ ਇੱਕ ਸਰਕਾਰੀ ਸਕੂਲਾਂ ਦਾ ਜਿਹੜਾ ਤੰਤਰ ਆ, ਸਮਝ ਲਓ ਵੀ ਜਿਵੇਂ ਰੁਕ ਗਿਆ ਸੀ, ਜਿਵੇਂ ਅੱਜ ਕਰੋਨਾ ਦੇ ਵਿੱਚ ਰੁਕਿਆ ਹੋਇਆ, ਉਸੇ ਕਿਸਮ ਨਾਲ ਉਹਦਾ ਇੰਪੈਕਟ ਪਿਆ ਸੀਗਾ ਕਿ ਡਰ ਵਰਗਾ ਮਾਹੌਲ ਸੀ, ਜਿਹਦੇ ਕਰਕੇ ਸਕੂਲਾਂ ਦੇ ਉੱਪਰ ਇਸ ਚੀਜ਼ ਦਾ ਅਸਰ ਜ਼ਰੂਰ ਪਿਆ। ਕਿਉਂਕਿ ਦੌਰ ਇਸ ਕਿਸਮ ਦਾ ਸੀਗਾ ਪੰਜਾਬ 'ਚ ਕਿ ਜਦੋਂ ਉਸ ਵੇਲੇ, ਜਦੋਂ ਅਸੀਂ 80ਵਿਆਂ ਦੇ ਇਰਦ ਗਿਰਦ ਆ, ਉਸ ਵੇਲੇ ਦੇ ਸਮਿਆਂ ਨੂੰ ਦੇਖਦੇ ਹਾਂ, ਬਹੁਤਾ ਬਜਟ ਆ ਜਿਹੜਾ, ਉਹ ਬਜਟ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀਆਂ ਸਰਕਾਰੀ ਜਾਂ ਪੈਰਾਮਿਲਟਰੀ ਫੋਰਸ ਜਾਂ ਹੋਰ ਚੀਜ਼ਾਂ 'ਤੇ ਖਰਚਾ ਹੋਣਾ ਸ਼ੁਰੂ ਹੋ ਗਿਆ। ਸਿੱਖਿਆ ਦੇ ਲੈਵਲ 'ਤੇ ਸਿੱਖਿਆ, ਕਿਉਂਕਿ ਜਦੋਂ ਵੀ ਇੰਪੈਕਟ ਪੈਂਦਾ ਉਹ ਸਕੂਲਾਂ ਦੇ ਪੱਧਰ 'ਤੇ ਪੈਂਦਾ ਅਤੇ ਸਿੱਖਿਆ ਨੀਤੀਆਂ ਉੱਪਰ ਵੀ ਕੋਈ ਬਹੁਤ ਵੱਡੀ ਉਦੋਂ ਤਬਦੀਲੀ ਨਹੀਂ ਸੀ ਆਈ। ਬੇਸਿਕਲੀ ਇਸ ਪੀਰੀਅਡ ਨੂੰ ਜਿਹੜੇ ਐਜੂਕੇਸ਼ਨਿਸਟ ਨੇ ਉਹ ਕਹਿੰਦੇ ਨੇ ਕਿ 1980 ਤੋਂ ਲੈ ਕੇ 84 ਤੱਕ ਦਾ ਜਿਹੜਾ ਬਲੈਕ ਈਅਰ ਇਨ ਐਜੂਕੇਸ਼ਨ ਸਾਰੇ ਇੰਡੀਆ 'ਚ ਹੀ ਰਿਹਾ। ਵੱਖ-ਵੱਖ ਰਾਜਾਂ 'ਚ ਰੌਲੇ ਪੈ ਰਹੇ ਸੀ ਅਤੇ ਉਸ ਵੇਲੇ ਜਿਹੜੀਆਂ ਸਤ੍ਹਾ ਦੇ ਵਿੱਚ ਲਗਾਤਾਰ ਤਬਦੀਲੀਆਂ ਆ ਰਹੀਆਂ ਸੀਗੀਆਂ, ਉਹ ਦੌਰ 'ਚ ਐਜੂਕੇਸ਼ਨ ਦੀ ਨਾ ਕੋਈ ਪਾਲਿਸੀ ਬਣੀ, ਨਾ ਬਜਟਿੰਗ ਬਾਰੇ ਸੋਚਿਆ ਗਿਆ। ਵੱਖਰੋ ਵੱਖਰੇ 85 ਤੋਂ ਬਾਅਦ ਆ ਕੇ ਫਿਰ ਐਜੂਕੇਸ਼ਨ ਪਾਲਿਸੀ 1986 ਦੀ ਆਉਂਦੀ ਆ। ਉਹ ਤੋਂ ਬਾਅਦ ਇੱਕ ਨਵਾਂ ਫੇਜ਼ ਅਲੱਗ ਕਿਸਮ ਨਾਲ ਫੇਰ ਸ਼ੁਰੂ ਹੁੰਦਾ। ਉਹ ਇੱਕ ਉਹ ਦੌਰ ਸੀ। ਇੱਕ ਉਹ ਤੋਂ ਬਾਅਦ ਦਾ ਦੌਰ ਆ ਜਿਹੜਾ 1990ਵਿਆਂ ਤੋਂ ਬਾਅਦ ਦਾ, ਜਦੋਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਜਿਉਂ-ਜਿਉਂ ਨੀਤੀਆਂ ਬਦਲਦੀਆਂ ਗਈਆਂ, ਉਸੇ ਕਿਸਮ ਨਾਲ ਸਕੂਲ ਜਿਹੜੇ ਖੁੱਲ੍ਹਣੇ ਸ਼ੁਰੂ ਹੋ ਗਏ। ਜਿੱਥੋਂ ਤੱਕ ਅਰਬਨਾਈਜੇਸ਼ਨ, ਸ਼ਹਿਰੀਕਰਨ ਦਾ, ਕਿਉਂਕਿ ਸ਼ਹਿਰੀਕਰਨ ਦੀ ਪੰਜਾਬ 'ਚ ਸਭ ਤੋਂ ਵੱਧ ਅੱਜ ਵੀ ਰਫ਼ਤਾਰ ਤੇਜ਼ ਆ। ਇਹਦਾ 'ਚ ਕਾਰਨ ਬਹੁਤਾ ਜ਼ਿਆਦਾ ਹੋਇਆ ਕਿ ਜਿਹੜਾ ਉਦੋਂ ਟੈਰਰਿਜ਼ਮ ਦੇ ਪੀਰੀਅਡ 'ਚ ਜ਼ਰੂਰ ਇੱਕ ਪੜ੍ਹਿਆ ਲਿਖਿਆ ਮਿਡਲ ਕਲਾਸ ਉਹ ਸਾਰੀ ਸ਼ਿਫਟ ਕਰਦੀ ਆ। ਹੌਲੀ ਹੌਲੀ ਜਿਹੜੇ ਪੰਜਾਬ ਦੇ ਵਿੱਚ ਪੜ੍ਹਿਆ ਲਿਖਿਆ ਸੈਕਸ਼ਨ ਸ਼ਹਿਰਾਂ 'ਚ ਚਲਿਆ ਜਾਂਦਾ। ਦੂਸਰਾ ਕਾਰਨ ਸੀ ਗਲੋਬਲ ਨੈਟਵਰਕਿੰਗ ਨਾਲ ਜਿੰਨੀ ਪੰਜਾਬ ਦਾ ਜੋੜ ਮੇਲ ਹੋ ਜਾਂਦਾ, ਉਹਦੇ ਕਰਕੇ ਅੰਗਰੇਜ਼ੀ ਮਾਧਿਅਮ ਦਾ ਵੀ ਅਸਰ ਪੈਂਦਾ। ਜਿਹੜੀਆਂ ਵੱਖ-ਵੱਖ ਸੰਸਥਾਵਾਂ ਨੇ, ਖਾਸ ਕਰ ਪ੍ਰਾਈਵੇਟ ਸੰਸਥਾਵਾਂ, ਉਹ ਮਿਡਲ ਕਲਾਸ ਕੋਲ ਪੈਸੇ ਵੀ ਨੇ, ਚਾਰ ਉਹਨਾਂ ਦੀ ਪਹੁੰਚ ਵੀ ਆ ਜਾਂਦੀਆਂ। ਜਾਣੀ ਸ਼ਹਿਰਾਂ ਦੇ ਵਿੱਚ ਵੱਡੀ ਪੱਧਰ 'ਤੇ ਜਿਹੜੇ ਪ੍ਰਾਈਵੇਟ ਸਕੂਲ ਆ, ਉਹ ਉਹਨਾਂ ਦਾ ਅਰਬਨਾਈਜੇਸ਼ਨ ਨਾਲ ਵੀ ਲਿੰਕ ਆ ਅਤੇ ਲੋਕ ਵੀ ਮੰਗ ਨਹੀਂ ਕਰਦੇ। ਜਿਵੇਂ ਈਵਨ ਪਟਿਆਲਾ ਵਰਗਾ ਸ਼ਹਿਰ ਆ, ਜਿੱਥੇ ਅੱਜ ਵੀ ਸੀਨੀਅਰ ਸੈਕੰਡਰੀ ਸਕੂਲ ਜਿਹੜੇ 1980 ਤੱਕ ਹੀ ਸੀਗੇ, 8 ਸੀਨੀਅਰ ਸੈਕੰਡਰੀ ਸਕੂਲ ਸੀ, ਅਤੇ ਪ੍ਰਾਈਵੇਟ ਸਕੂਲ ਵੱਡੀ ਪੱਧਰ 'ਤੇ ਸ਼ਹਿਰ 'ਚ ਹੈ। ਇਹੀ ਹਾਲਤ ਲੁਧਿਆਣੇ ਦੀ ਆ, ਇਹੀ ਅੰਮ੍ਰਿਤਸਰ ਦੀ ਆ, ਇਹੀ ਜਲੰਧਰ ਦੀ। ਕਹਿਣ ਦਾ ਭਾਵ ਆ ਕਿ ਅਰਬਨਾਈਜੇਸ਼ਨ ਦੇ ਨਾਲ ਜਿਹੜੀ ਮਿਡਲ ਕਲਾਸ ਆ, ਜਿਹਦਾ ਕੰਸਰਨ ਬਹੁਤ ਘਟ ਕੇ ਦੂਜੇ ਸਰਕਾਰੀ ਸਕੂਲਾਂ ਨਾਲੋਂ ਘਟ ਗਿਆ, ਇਹ ਵੀ ਇੱਕ ਇੰਪੈਕਟ ਆ ਕਿ ਐਜੂਕੇਸ਼ਨ 'ਤੇ ਪਿਆ। ਸਿੱਖਿਆ ਦੇ ਖੇਤਰ 'ਚ ਸੁਧਾਰ ਲਈ 60 ਦੇ ਦਹਾਕੇ 'ਚ ਕੋਠਾਰੀ ਕਮਿਸ਼ਨ ਦੀ ਸਾਰੇ ਹੀ ਵਿਦਵਾਨ ਸ਼ਲਾਘਾ ਕਰਦੇ ਹਨ। ਹਾਲਾਂਕਿ ਇਸ ਕਮਿਸ਼ਨ ਦੀਆਂ ਸਾਰੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਗਈਆਂ। ਅਸੀਂ ਡਾਕਟਰ ਕੁਲਦੀਪ ਸਿੰਘ ਨੂੰ ਕੋਠਾਰੀ ਕਮਿਸ਼ਨ ਤੇ ਹਾਲ ਹੀ ਵਿੱਚ ਬਣੇ ਕੌਮੀ ਸਿੱਖਿਆ ਨੀਤੀ ਦੀ ਤੁਲਨਾ ਬਾਰੇ ਪੁੱਛਿਆ।
ਜਿੱਥੋਂ ਤੱਕ ਕੋਠਾਰੀ ਕਮਿਸ਼ਨ ਦਾ, ਕਿਉਂਕਿ ਕੋਠਾਰੀ ਕਮਿਸ਼ਨ ਦੀ ਪਾਲਿਸੀ ਨੂੰ ਸਭ ਤੋਂ ਇੰਪੋਰਟੈਂਟ ਪਾਲਿਸੀ ਸਮਝਿਆ ਜਾਂਦਾ। ਕੋਠਾਰੀ ਕਮਿਸ਼ਨ ਨੇ ਸਭ ਤੋਂ ਵੱਡਾ ਕੰਮ ਇਹ ਕੀਤਾ, ਉਹਦੀਆਂ 4 ਰਿਕਮੈਂਡੇਸ਼ਨ ਅੱਜ ਵੀ ਜੇ ਕੱਲ੍ਹ ਨੂੰ ਕਿਤੇ ਕੋਈ ਚੀਜ਼ ਲਾਗੂ ਹੁੰਦੀ, ਇੱਕ ਤਾਂ ਕਾਮਨ ਸਕੂਲ ਸਿਸਟਮ ਦੀ ਗੱਲ ਕਰਦੇ ਵੀ ਸਾਂਝਾ ਸਕੂਲ ਚਾਹੀਦਾ ਜਿੱਥੇ ਪੀਐਨ ਅਤੇ ਡੀਸੀ ਦਾ ਬੱਚਾ ਇੱਕੋ ਸਕੂਲ 'ਚ ਪੜ੍ਹੇ। ਦੂਸਰੀ ਗੱਲ ਇਹ ਸੀਗੇ ਵੀ ਟੀਚਰ ਇਸ ਕਿਸਮ ਦੀ ਉਹਨੂੰ ਸੈਲਰੀ ਦਿੱਤੀ ਜਾਵੇ ਜਿਹੜੀ ਔਨਰੇਬਲ ਹੋਵੇ, ਬਹੁਤ ਮਾਣ ਸਤਿਕਾਰ ਵਾਲੀ। ਇਹਦੇ 'ਤੇ ਉਹਨੇ ਬਹੁਤ ਜ਼ੋਰ ਦਿੱਤਾ। ਉਸ ਵੇਲੇ ਜਦੋਂ ਕੋਠਾਰੀ ਕਮਿਸ਼ਨ ਲਾਗੂ ਹੁੰਦਾ ਸਭ ਤੋਂ ਵੱਧ ਟੀਚਰ ਉਦੋਂ ਖੁਸ਼ ਹੁੰਦੇ ਨੇ। ਤੀਸਰਾ ਸੀ ਵੀ ਹੌਲੀ ਹੌਲੀ ਸਾਰੇ ਜਿਹੜੇ ਆ ਸਕੂਲ ਆ ਉਹ ਸਰਕਾਰ ਦੇ ਅਧੀਨ ਆ ਜਾਣ ਅਤੇ ਤਾਂ ਕਿ ਇਕੁਅਲ ਸੁਸਾਇਟੀ ਅਤੇ ਡੈਮੋਕ੍ਰੇਟਿਕ ਸੁਸਾਇਟੀ ਬਣ ਸਕੇ। ਜਿਹੜੀ ਹੁਣ ਦੀ ਨਵੀਂ ਸਿੱਖਿਆ ਨੀਤੀ ਆ, ਇਹ ਸਿੱਖਿਆ ਨੀਤੀ ਤਾਂ ਕਿਉਂਕਿ ਉਸ ਵੇਲੇ ਜਦੋਂ ਪ੍ਰਾਈਵੇਟ ਸਕੂਲ ਬਹੁਤ ਵੱਡੇ ਪੱਧਰ 'ਤੇ ਨੇ, ਇਹਨੇ ਤਾਂ ਪ੍ਰਾਈਵੇਟ ਸਕੂਲਾਂ ਨੂੰ ਰੈਕੋਗਨਾਈਜ਼ ਕੀਤਾ। ਇਸ ਪਾਲਿਸੀ ਨੇ ਤਾਂ ਕਹਿਤਾ ਵੀ ਪ੍ਰਾਈਵੇਟਸ ਅਤੇ ਸਰਕਾਰੀ ਸਕੂਲ ਐਟ ਪਾਰ ਹੋਣਗੇ। ਕੋਠਾਰੀ ਕਮਿਸ਼ਨ ਉਲਟ ਕਹਿੰਦਾ ਸੀਗੇ ਸਾਰੇ ਸਰਕਾਰ ਦੇ ਅਧੀਨ ਹੀ ਹੋਣ। ਉਹ ਤਾਂ ਵੱਡੇ ਪੱਧਰ 'ਤੇ ਡਿਸਟ੍ਰਿਕਟ ਬੋਰਡਾਂ ਦੇ ਜਿਹੜੇ ਸਕੂਲ ਸੀ ਉਹਨਾਂ ਨੂੰ ਲੈ ਕੇ ਵੀ ਉੱਧਰ ਲਿਆਂਦਾ ਗਿਆ। ਪਰ ਨਵੀਂ ਸਿੱਖਿਆ ਨੀਤੀ ਪ੍ਰਾਈਵੇਟ ਸਕੂਲਾਂ ਨੂੰ ਰੈਕੋਗਨਾਈਜ਼ ਪਾਲਿਸੀ ਦੇ ਲੈਵਲ 'ਤੇ ਸਾਰੀ ਲੈ ਕੇ ਆਉਂਦੀ ਆ। ਦੂਸਰਾ ਇਹ ਆ ਕਿ ਕੋਠਾਰੀ ਕਮਿਸ਼ਨ ਵੇਲੇ ਜਿਹੜੇ ਸਟੇਟ ਬੋਰਡ ਸੀ ਜਾਂ ਡਿਸਟ੍ਰਿਕਟ ਸੀ ਜਾਂ ਸਟੇਟਾਂ ਸੀ ਉਹਨਾਂ ਨੂੰ ਬੜੇ ਰਾਈਟ ਸੀਗੇ। ਹੁਣ ਜਿਹੜੀ ਪਾਲਿਸੀ ਆ ਇਹ ਸੈਂਟਰ ਨੇ ਪਾਲਿਸੀ ਲਿਆਂਦੀ ਹੈ, ਸਟੇਟਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਭਾਗੀਦਾਰੀ ਨਹੀਂ। ਉਸ ਵੇਲੇ ਨੈਸ਼ਨਲ ਡਿਵੈਲਪਮੈਂਟ ਨੂੰ ਐਜੂਕੇਸ਼ਨ ਨਾਲ ਜੋੜਿਆ ਗਿਆ ਸੀ। ਹੁਣ ਦੀ ਪਾਲਿਸੀ ਨੂੰ ਆ ਜਿਹੜੀ ਨੈਸ਼ਨਲ ਡਿਵੈਲਪਮੈਂਟ ਨਾਲ ਕੋਈ ਉਸ ਕਿਸਮ ਦਾ ਇਹਦੇ 'ਚ ਪੈਰਾਮੀਟਰ ਨਹੀਂ। ਉਹ ਕੋਠਾਰੀ ਕਮਿਸ਼ਨ ਦੀ ਰਿਪੋਰਟ ਵੇਲੇ ਵੱਖੋ ਵੱਖਰਿਆਂ ਏਰੀਏ ਨੂੰ ਧਿਆਨ 'ਚ ਰੱਖਿਆ ਗਿਆ ਸੀ ਉਸ ਪਾਲਿਸੀ 'ਚ। ਇਸ ਪਾਲਿਸੀ 'ਚ ਇਸ ਕਿਸਮ ਦਾ ਕੋਈ ਵੀ ਧਿਆਨ ਨਹੀਂ ਰੱਖਿਆ ਗਿਆ। ਉਸ ਵੇਲੇ ਜਿਹੜੀ ਐਜੂਕੇਸ਼ਨ ਆ, ਜਿਵੇਂ ਅੱਜ ਈ ਲਰਨਿੰਗ ਵੱਲ ਨੂੰ ਐਜੂਕੇਸ਼ਨ ਜਾਂ ਜਿਹੜੀ ਆ ਵੀ ਸਟੇਟ ਹੌਲੀ ਹੌਲੀ ਰਿਸਪੌਂਸੀਬਿਲਟੀ ਤੋਂ ਵਿਦਡਰਾ ਕਰਕੇ ਜਿਸ ਕਿਸਮ ਦਾ ਸਟਰਕਚਰ ਆ ਉਹਨੂੰ ਹੀ ਰੈਸ਼ਨਲਾਈਜ਼ ਕਰਨਾ ਚਾਹੁੰਦੀ ਆ ਥਰੂ ਨਵੀਂ ਸਿੱਖਿਆ ਨੀਤੀ। ਸਰਕਾਰੀ ਸਿੱਖਿਆ ਢਾਂਚੇ ਨੂੰ ਜਿੰਦਾ ਰੱਖਣ ਲਈ ਸਟੇਟ ਨੂੰ ਇਸ 'ਤੇ ਲਗਾਤਾਰ ਧਿਆਨ ਦੇਣ ਦੀ ਲੋੜ ਹੈ। ਇਸ ਦਾ ਬਜਟ ਵਧਾਉਣ ਦੀ ਲੋੜ ਹੈ। ਪਰ ਕੀ ਸਟੇਟ ਸਰਕਾਰੀ ਸਿੱਖਿਆ 'ਚੋਂ ਆਪਣੇ ਆਪ ਨੂੰ ਪਿਛਾਂਹ ਖਿੱਚ ਰਹੀ ਹੈ? ਇਹੀ ਸਵਾਲ ਅਸੀਂ ਡਾਕਟਰ ਕੁਲਦੀਪ ਸਿੰਘ ਨੂੰ ਪੁੱਛਿਆ। ਜਿੱਥੋਂ ਤੱਕ ਸਰਕਾਰੀ ਸਕੂਲਾਂ ਦਾ ਪੱਧਰ ਆ, ਦੇਖੋ ਸਟੇਟ ਦਾ ਰੋਲ ਬਹੁਤ ਵੱਡਾ ਹੁੰਦਾ। ਰਾਜ ਨੇ ਸਕੂਲਾਂ ਨੂੰ ਪ੍ਰਮੋਟ ਕਰਨਾ ਹੁੰਦਾ। ਜੇ ਰਾਜ ਹੀ ਹੌਲੀ ਹੌਲੀ ਵਿਦਡਰਾ ਕਰਨਾ ਸ਼ੁਰੂ ਕਰ ਜਾਵੇ, ਟੀਚਰ ਦੀਆਂ ਸੈਲਰੀਆਂ ਘਟਾ ਦਿੱਤੀਆਂ ਜਾਣ, ਟੀਚਰ ਦੀਆਂ ਸਹੂਲਤਾਂ ਘਟਾ ਦਿੱਤੀਆਂ ਜਾਣ। ਹੁਣ ਜਿਵੇਂ ਕਈ ਕਿਸਮ ਦੀਆਂ ਸੈਲਰੀਜ਼ ਵਾਲੇ ਟੀਚਰਸ ਨੇ, ਉਹ ਜਦੋਂ ਸੈਲਰੀ ਘਟਾਤੀਆਂ ਤਾਂ ਹੌਲੀ ਹੌਲੀ ਉਹਦਾ ਸਕੂਲਾਂ ਦਾ ਪੱਧਰ 'ਤੇ ਵੀ ਇੰਪੈਕਟ ਪੈਂਦਾ। ਉਸ ਲੈਵਲ ਦਾ ਸਕੂਲਾਂ ਦਾ ਗ੍ਰਾਫ ਆ ਜਿਹੜਾ ਉਹ ਨਹੀਂ ਹੁੰਦਾ। ਇਸ ਕਰਕੇ ਜੇ ਅਸੀਂ ਹੋਲਿਸਟਿਕ ਇਕੁਅਲ ਅਤੇ ਹਰ ਬੱਚੇ ਲਈ ਇੱਕੋ ਜਿਹੀ ਸਿੱਖਿਆ ਚਾਹੁੰਦੇ ਅਤੇ ਕੁਆਲਿਟੀ ਵਾਲੀ ਚਾਹੁੰਦੇ ਤਾਂ ਸਾਨੂੰ ਉਹਦੇ 'ਚ ਇਨਵੈਸਟ ਵੀ ਕਰਨਾ ਪਊ। ਅਸੀਂ ਕੋਠਾਰੀ ਕਮਿਸ਼ਨ ਤੋਂ ਲੈ ਕੇ ਹੁਣ ਤੱਕ 6% GDP ਦੇ ਖਰਚ ਕਰਨ ਦੀ ਵਕਾਲਤ ਕਰਦੇ ਹਾਂ। ਅਸੀਂ ਬਜਟ ਦਾ 2 ਤੋਂ ਲੈ ਕੇ 3% ਹੀ ਖਰਚ ਰਹੇ ਹਾਂ ਅਤੇ GDP ਦਾ 1% ਤੋਂ ਵੀ ਘੱਟ ਖਰਚ ਰਿਹਾ। ਜੇ ਹੁਣ ਪੈਸਾ ਹੀ ਨਹੀਂ ਲਾਉਣਾ ਸਕੂਲਾਂ ਦੇ ਲੈਵਲ 'ਤੇ, ਦੂਜਾ ਪ੍ਰੋਪਰ ਸਕੂਲਾਂ ਦੀ ਮੈਪਿੰਗ ਕਰਨੀ, ਸਕੂਲ ਕਿਸ ਥਾਂ 'ਤੇ ਚਾਹੀਦਾ, ਕਿਹੜੇ ਪੱਧਰ 'ਤੇ ਚਾਹੀਦਾ, ਉਹਨਾਂ ਦੀ ਕਦੋਂ ਪ੍ਰਮੋਸ਼ਨ ਕਰਨੀ ਆ, ਉਹਦੀਆਂ ਫੈਸਿਲਿਟੀਜ਼ ਕਿਵੇਂ ਪ੍ਰੋਵਾਈਡ ਕਰਨੀਆਂ, ਉਸ ਕਿਸਮ ਦੀ ਪਾਲਿਸੀ ਆ ਜਿਹੜੀ ਸਾਡੇ ਪ੍ਰੋਪਰ ਨਹੀਂ। ਜਿਵੇਂ ਪੰਜਾਬ 'ਚ ਇੱਕ ਵਾਰੀ ਇਹ ਹੋਇਆ ਸੀ ਕਿ ਇੱਕੋ ਰਾਤ ਇੱਕ ਸਰਕਾਰ ਨੇ ਜਾਂਦੇ ਅਤੇ 1100 ਤੋਂ ਵੱਧ ਸਕੂਲ ਆ, ਜਾਣੀ ਹਰ 117 ਵਿਧਾਨ ਸਭਾ ਹਲਕੇ 'ਚ 12 ਸਕੂਲ ਬਣਾਤੇ ਸੀ। 4 ਪ੍ਰਾਇਮਰੀ ਤੋਂ ਮਿਡਲ ਕਰਤੇ ਸੀ, 4 ਮਿਡਲ ਤੋਂ ਹਾਈ ਕਰਦੇ ਸੀ, 4 ਹਾਈ ਤੋਂ ਸੈਕੰਡਰੀ ਕਰਦੇ। ਕਹਿਣ ਦਾ ਭਾਵ ਇੱਕ MLA ਨੂੰ 12 ਸਕੂਲ ਦੇਤੇ ਸੀ। ਉਹ ਨਾ 12 ਜਿੰਨੇ ਸਕੂਲ ਬਣੇ ਆ ਉਸ ਲੈਵਲ ਦੀਆਂ ਸਹੂਲਤਾਂ ਸੀ। ਜਦੋਂ ਸਹੂਲਤਾਂ ਹੈ ਨਹੀਂ ਸੀ ਤਾਂ ਉਹ ਸਕੂਲ ਕਿਸੇ ਵੀ ਲੈਵਲ 'ਤੇ ਹੌਲੀ ਹੌਲੀ ਉਹ ਆ ਕੇ ਹੋਰ ਕਈ ਪੱਧਰ 'ਤੇ, ਕਿਉਂਕਿ ਤੁਹਾਡੇ ਮੁਲਾਜ਼ਮ ਵੀ ਉਨੇ ਨੇ, ਟੀਚਰ ਵੀ ਉਨੇ ਨੇ, ਉਸ ਕਰਕੇ ਉਹ ਸਕੂਲ ਆ ਜਿਹੜੇ, ਕਿਉਂਕਿ ਰੈਸ਼ਨਲਾਈਜ਼ ਕਰਨਾ, ਉਹਨੂੰ ਪ੍ਰੋਪਰ ਕਰਨਾ, ਸਰਕਾਰੀ ਸਕੂਲਾਂ ਦੇ ਪੱਧਰ ਨੂੰ ਉੱਚੇ ਚੱਕੇ ਤੋਂ ਬਿਨਾਂ ਅੱਜ ਤਾਂ ਉਦੋਂ ਵੀ ਵੱਡੀ ਲੋੜ ਬਣ ਗਈ ਆ ਵੀ ਜਦੋਂ ਲੋਕ ਆਰਥਿਕ ਸੰਕਟ 'ਚ ਨੇ ਉਸ ਵੇਲੇ ਤਾਂ ਸਰਕਾਰੀ ਸਕੂਲਾਂ ਵੱਲ ਹੁਣ ਜਿਵੇਂ ਐਨਰੋਲਮੈਂਟ ਦਾ ਅਸਰ ਪੈ ਰਿਹਾ, ਲੋਕਾਂ ਨੇ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਆਉਣਾ ਸ਼ੁਰੂ ਕਰਤਾ ਕਿਉਂਕਿ ਤੁਹਾਡੀ ਫਾਈਨਾਂਸ ਹੀ ਹੈ ਨਹੀਂ ਲੋਕਾਂ ਕੋਲੇ। ਹੌਲੀ ਹੌਲੀ ਜਿਵੇਂ ਡਾਟਾ ਸਾਹਮਣੇ ਆ ਰਿਹਾ ਵੀ 1 ਤੋਂ 1.5 ਲੱਖ ਬੱਚਾ ਜਿਹੜਾ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਕਰਵਾ ਲਿਆ ਉਹਨਾਂ ਨੇ, ਕਿਉਂਕਿ ਪ੍ਰਾਈਵੇਟ 'ਚ ਪੈਸੇ ਦੇਣ ਨੂੰ ਨਹੀਂ ਸੀ। ਸਰਕਾਰੀ ਸਕੂਲ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਸਰਕਾਰੀ ਸਕੂਲ ਦੇ ਟੀਚਰਾਂ 'ਤੇ ਵੀ ਨਿਰਭਰ ਕਰਦਾ ਵੀ ਜੇ ਲੋਕ ਤੁਹਾਡੇ 'ਤੇ ਮੁੜ ਵਿਸ਼ਵਾਸ ਕਰਨ ਲੱਗੇ ਨੇ ਤਾਂ ਤੁਹਾਨੂੰ ਵੀ ਉਹ ਸਕੂਲ ਨੂੰ ਪ੍ਰਮੋਟ ਕਰਨ ਵਾਸਤੇ
ਸੁਸਾਇਟੀ ਦੀਆਂ ਜਿਹੜੀਆਂ ਹੋਰ ਆਰਗੇਨਾਈਜੇਸ਼ਨਾਂ, ਚਾਹੇ ਕਿਸਾਨ ਨੇ, ਚਾਹੇ ਵਰਕਰਸ ਨੇ, ਚਾਹੇ ਟੀਚਰਸ ਨੇ, ਚਾਹੇ ਵੱਖ-ਵੱਖ ਪੱਧਰ 'ਤੇ ਸਮਾਜ ਦੇ ਸਰਪੰਚ ਨੇ, ਪੰਚ ਨੇ, ਉਹ ਸਾਰਿਆਂ ਨੂੰ ਕੋਆਪਰੇਟ ਕਰਕੇ ਹੀ ਅਤੇ ਸਰਕਾਰੀ ਸਕੂਲ ਆ ਜਿਹੜਾ ਉਹ ਸਟੈਬਲਿਸ਼ ਕੀਤਾ ਜਾ ਸਕਦਾ। ਜਿੱਥੋਂ ਤੱਕ ਕਿ ਰਿਕਰੂਟਮੈਂਟ ਪਾਲਿਸੀ ਹੁਣ ਦੇ ਪਿਛਲੇ ਸਾਲਾਂ 'ਚ, ਕਿਉਂਕਿ ਮੇਰਾ ਬੀਐਡ ਕਾਲਜਸ ਨਾਲ ਐਜੂਕੇਸ਼ਨ ਨਾਲ ਬਹੁਤ ਹੀ ਜਿਸ ਪੱਧਰ 'ਤੇ ਮੈਰਿਟ 'ਤੇ ਬੱਚੇ ਆਉਂਦੇ ਨੇ, ਇੰਨੇ ਬ੍ਰਿਲੀਅੰਟ ਬੱਚੇ ਨੇ। ਤੁਸੀਂ ਪ੍ਰਾਈਵੇਟ ਸਕੂਲ 'ਚ ਜਿੱਥੇ ਵੀ ਕੋਈ ਟੀਚਰ ਚੰਗਾ ਬ੍ਰਿਲੀਅੰਟ ਲੱਗਿਆ ਹੁੰਦਾ, ਜਦੋਂ ਉਹਨੂੰ ਲੱਗਦਾ ਵੀ ਮੇਰੀ ਸਰਕਾਰੀ ਜੋਬ ਮਿਲ ਰਹੀ ਹੈ ਤਾਂ ਉਹ ਛੱਡ ਕੇ ਚਲਿਆ ਜਾਂਦਾ। ਜਿਹੜੀਆਂ ਰਿਕਰੂਟਮੈਂਟ 'ਚ ਪਿਛਲੇ ਸਮੇਂ 'ਚ ਹੋਈਆਂ, ਉਹਨਾਂ 'ਚ ਕਾਫੀ ਹੱਦ ਤੱਕ ਚੰਗੇ ਟੀਚਰ ਆ ਜਿਹੜੇ ਉਹ ਅਪੁਆਇੰਟ ਹੋਏ ਨੇ, ਕਿਉਂਕਿ ਉਹਨਾਂ ਨੂੰ ਕਈ ਪੈਰਾਮੀਟਰਾਂ 'ਚੋਂ ਲੰਘਣਾ ਪੈਂਦਾ। ਉਹਨਾਂ ਨੂੰ ਟੈਟ ਪਾਸ ਕਰਨਾ ਪੈਂਦਾ, ਟੈਟ ਪਾਸ ਕਰਨਾ ਪੈਂਦਾ, ਉਹਨਾਂ ਦੀਆਂ ਯੋਗਤਾਵਾਂ ਨੇ, ਫਿਰ ਇੱਕ ਲਾਈਨ 'ਚ ਲੱਗਣਾ ਪੈਂਦਾ। ਹਾਈਲੀ ਕੁਆਲੀਫਾਈਡ ਟੀਚਰ ਇਸ ਸਮੇਂ ਲੱਗਿਆ। ਠੀਕ ਆ ਵੀ ਇੱਕ ਟੈਰਰਿਜ਼ਮ ਦਾ ਜਦੋਂ ਪੀਰੀਅਡ ਸੀ, ਉਦੋਂ ਜ਼ਰੂਰ ਗਵਰਨਰੀ ਰਾਜ ਵੇਲੇ ਇਸ ਕਿਸਮ ਦੇ ਟੀਚਰ ਦੀਆਂ ਅਪੁਆਇੰਟਮੈਂਟਸ ਹੋਈਆਂ ਨੇ। ਕਰੋਨਾ ਸੰਕਟ ਕਰਕੇ ਸਕੂਲ ਲੰਬੇ ਸਮੇਂ ਤੋਂ ਬੰਦ ਪਏ ਹਨ ਤੇ ਇਹ ਵੀ ਇੱਕ ਸੱਚਾਈ ਹੈ ਕਿ ਹਰ ਕੋਈ ਆਨਲਾਈਨ ਸਟੱਡੀ ਅਫੋਰਡ ਨਹੀਂ ਕਰ ਸਕਦਾ ਤੇ ਕਈਆਂ ਘਰਾਂ 'ਚ ਆਨਲਾਈਨ ਸਟੱਡੀ ਦਾ ਮਾਹੌਲ ਹੀ ਨਹੀਂ ਹੁੰਦਾ। ਅਜਿਹੇ ਹਾਲਾਤਾਂ 'ਚ ਬੱਚਿਆਂ ਦੀ ਮਾਨਸਿਕਤਾ ਤੇ ਉਹਨਾਂ ਦੀ ਪੜ੍ਹਾਈ ਤੇ ਕਿਵੇਂ ਦਾ ਅਸਰ ਹੋਏਗਾ ਤੇ ਇਸ 'ਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ। ਜਿਵੇਂ ਹੁਣ ਸਕੂਲ ਬੜੇ ਲੰਬੇ ਸਮੇਂ ਤੋਂ ਬੰਦ ਨੇ, ਉਸ ਵੇਲੇ ਇੱਕ ਦੌਰ ਸੀ ਪੰਜਾਬ 'ਚ, ਉਦੋਂ ਵੀ ਸਕੂਲ ਬੰਦ ਸੀ। ਜਦੋਂ ਬੰਦ ਹੁੰਦੇ ਨੇ ਸਕੂਲ, ਉਹਦੇ ਨਾਲ 6 ਮਹੀਨੇ 7 ਮਹੀਨੇ ਦਾ ਅਸਰ ਬੱਚਿਆਂ 'ਤੇ ਪੈ ਜਾਂਦਾ। ਜਿਵੇਂ ਹੁਣੇ ਵਰਲਡ ਬੈਂਕ ਦੀ ਇੱਕ ਰਿਪੋਰਟ ਆਈ ਆ ਕਿ 53% 2019 'ਚ ਬੱਚਿਆਂ ਦੀ ਲਰਨਿੰਗ ਕ੍ਰਾਈਸਿਸ ਸੀ, ਸਿੱਖਣ ਦਾ ਕ੍ਰਾਈਸਿਸ ਸੀ। ਉਹਨਾਂ ਨੇ ਕਿਹਾ ਸੀ 2030 'ਚ ਘਟਾ ਕੇ 27% ਕੀਤਾ ਜਾਊ, ਪਰ ਹੁਣ ਜਿਹੜੀ ਉਹਨਾਂ ਨੇ ਜੂਨ 2020 'ਚ ਰਿਪੋਰਟ ਜਾਰੀ ਕੀਤੀ ਆ ਕਿ ਜਿਹੜੇ ਸਾਡੇ ਵਰਗੇ ਮੁਲਕਾਂ ਦੇ ਕੰਟਰੀ ਆ, ਉਹਨਾਂ ਦੇ ਵਿੱਚ ਜਿਹੜੀਆਂ ਇਹ ਲਰਨਿੰਗ ਕ੍ਰਾਈਸਿਸ, ਸਿੱਖਣ ਦਾ ਸੰਕਟ ਆ ਜਿਹੜਾ, ਸਿੱਖਣ ਦੀ ਗਰੀਬੀ 'ਚ ਤਬਦੀਲ ਹੋ ਜੂ, ਲਰਨਿੰਗ ਪਾਵਰਟੀ 'ਚ ਬਦਲ ਜੂਗਾ, ਕਿਉਂਕਿ ਸਕੂਲ ਨਹੀਂ ਬੱਚਿਆਂ ਦੇ ਲਈ ਉਸ ਕਿਸਮ ਦੀ ਸਹੂਲਤ। ਇੱਕ 6-7 ਮਹੀਨਾ ਜਦੋਂ ਬੱਚਾ ਇਸ ਸਾਰੇ ਪ੍ਰੋਸੈਸ 'ਚੋਂ, ਹਾਲੇ ਪਤਾ ਨਹੀਂ ਕਿੰਨਾ ਦੇਰ ਕੋਵਿਡ-19 'ਚ ਕਿਸ ਕਿਸਮ ਦੇ ਤਣਾਅ, ਕਿਸ ਕਿਸਮ ਦੀਆਂ ਟੈਨਸ਼ਨਸ, ਕਿਸ ਕਿਸਮ ਦਾ ਆਰਥਿਕ ਸੰਕਟ ਚੱਲਣਾ, ਉਹ ਸਭ ਤੋਂ ਵੱਧ ਬੱਚੇ 'ਤੇ ਇੰਪੈਕਟ ਪਾਉਂਦਾ। ਇਸ ਕਰਕੇ ਸਾਨੂੰ ਜਦੋਂ ਅਸੀਂ ਐਜੂਕੇਸ਼ਨ ਦਾ ਪਰਸਪੈਕਟਿਵ ਦੇਖਦੇ ਹਾਂ ਤਾਂ ਉਸ ਪਰਸਪੈਕਟਿਵ ਦੇ ਪੱਧਰ 'ਤੇ ਸਾਨੂੰ ਇਹਦੀ ਪ੍ਰਾਇਓਰਟੀ ਨੂੰ ਧਿਆਨ 'ਚ ਰੱਖਣਾ ਚਾਹੀਦਾ। ਨਹੀਂ ਇਹ ਵੱਡਾ ਨੁਕਸਾਨ, ਜੇ ਪਹਿਲਾਂ ਹੀ 6 ਮਹੀਨੇ ਨੁਕਸਾਨੇ ਗਏ ਨੇ, ਇਹ ਹੋਰ ਨੁਕਸਾਨ ਹੋ ਜੂ, ਇੱਕ ਗੈਪ ਪੈ ਜਾਂਦਾ। ਦੁਨੀਆ ਭਰ ਦੀਆਂ ਸਟੱਡੀਜ਼ ਨੇ ਵੀ ਜਿੱਥੇ ਜਿੱਥੇ ਕੋਈ ਜੰਗ ਰਾਹੀਂ, ਕੋਈ ਹੜ੍ਹਾਂ ਰਾਹੀਂ, ਕੋਈ ਤਬਾਹੀ ਰਾਹੀਂ, ਜਿੱਥੇ ਜਿੱਥੇ ਸਕੂਲੀ ਸੰਸਥਾਵਾਂ 'ਚ ਗੈਪ ਪਏ ਨੇ, ਉਹ ਬੱਚੇ ਉਸ ਤਰ੍ਹਾਂ ਕੋਪ ਅਪ ਹੀ ਨਹੀਂ ਕਰ ਸਕੇ, ਜਾਂ ਉਹਨਾਂ 'ਚ ਉਹ ਪਾਵਰਟੀ ਲਗਾਤਾਰ ਰਹਿ ਗਈ। ਉਹ ਗਰੀਬੀ ਬੱਚੇ ਦੀ, ਚਾਹੇ ਲੈਂਗੁਏਜ ਦੇ ਪੱਧਰ 'ਤੇ, ਚਾਹੇ ਹਿਸਾਬ ਦੇ ਪੱਧਰ 'ਤੇ, ਚਾਹੇ ਸਬਜੈਕਟਾਂ ਦੀ ਡਿਵੈਲਪਮੈਂਟ ਦੇ ਪੱਧਰ 'ਤੇ। ਇਸ ਕਰਕੇ ਐਜੂਕੇਸ਼ਨ ਦੇ ਸਵਾਲ ਨੂੰ ਸੀਰੀਅਸਲੀ ਸੰਬੋਧਿਤ ਹੋਣ ਦੀ ਲੋੜ ਆ ਕਿ ਬੱਚੇ ਦੀ ਕੰਟੀਨਿਊਟੀ ਹੈ ਜਿਹੜੀ ਉਹ ਰਾਹ ਦੇ ਵਿੱਚੋਂ ਨਾ ਟੁੱਟੇ। ਇਸ ਸਰਕਾਰੀ ਸਿਸਟਮ ਨੂੰ ਦੁਬਾਰੇ ਰੀਸਟਰਕਚਰ ਕਰਕੇ, ਰੀਆਰਗੇਨਾਈਜ਼ ਕਰਕੇ ਹੀ ਅੱਜ ਦੇ ਸਮੇਂ 'ਚ ਬਹੁਤ ਹੀ ਵੱਡੀ ਲੋੜ ਆ, ਕਿਉਂਕਿ ਨਹੀਂ ਜਿੰਨਾ ਗਰੀਬ, ਜਿੰਨਾ ਦਰਮਿਆਨਾ ਕਿਸਾਨ, ਜਿੰਨਾ ਮਿਡਲ ਕਲਾਸ ਦਾ ਬੱਚਾ ਬਾਹਰ ਨਿਕਲ ਜੂਗਾ ਅੱਜ ਵਾਲੀਆਂ ਇਸ ਕਰੋਨਾ ਸੰਕਟ ਤੋਂ ਬਾਅਦ, ਉਹਨਾਂ ਨੂੰ ਮੁੜ ਸਕੂਲਾਂ ਦੇ ਵਿੱਚ ਲਿਆਉਣ ਵਾਸਤੇ ਸਰਕਾਰੀ ਪੱਧਰ 'ਤੇ ਵੀ ਇੰਤਜ਼ਾਮ ਕਰਨੇ ਚਾਹੀਦੇ ਹਨ ਅਤੇ ਇਸ ਨੂੰ ਐਜੂਕੇਸ਼ਨ ਦੇ ਲੈਵਲ 'ਤੇ ਵੀ ਡਿਵੈਲਪ ਕਰਨਾ ਚਾਹੀਦਾ। ਅਤੇ ਕੋਠਾਰੀ ਕਮਿਸ਼ਨ ਦੀ ਉਦਾਹਰਣ ਕਿ ਕਾਮਨ ਸਕੂਲ ਸਿਸਟਮ ਹੀ ਸਾਡਾ ਚੰਗਾ ਸਮਾਜ ਬਣਾ ਸਕਦਾ। ਨਹੀਂ ਫਿਰ ਜਿਸ ਕਿਸਮ ਦੀ ਸਪਲਿਟ ਵਾਲੀ ਸੁਸਾਇਟੀ ਸਾਡੀ ਅੱਜ ਬਣੀ ਹੋਈ ਆ, ਜਿਹੜੇ ਅਸੀਂ ਸੰਕਟਾਂ 'ਚੋਂ ਅਸੀਂ ਲਰਨ ਨਹੀਂ ਕਰਦੇ, ਉਹ ਸੰਕਟਾਂ 'ਚੋਂ ਹੋਰ ਗਾਂਹ, ਜਿਵੇਂ 1980 ਦਾ ਕਾਲਾ ਦੌਰ ਸੀ, ਉਹ 'ਚ ਬਾਅਦ ਪ੍ਰਾਈਵੇਟਾਈਜੇਸ਼ਨ ਵਧੀ, ਉਹਦੇ ਰੀਜ਼ਨ ਨਹੀਂ ਅਸੀਂ ਫਾਈਂਡ ਆਊਟ ਕੀਤੇ। ਉਦੋਂ ਬਾਅਦ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਵੱਧਦੇ ਗਏ ਆ, ਸਰਵ ਸਿੱਖਿਆ ਅਭਿਆਨ ਆ ਗਿਆ, ਹੋਰ ਆ ਗਿਆ, ਅਭਿਆਨ ਕਰਤੇ। ਹੌਲੀ ਹੌਲੀ ਸਿੱਖਿਆ ਦੇ ਵਿੱਚੋਂ ਜਿਹੜੀ ਇਹ ਪ੍ਰਵਿਰਤੀ ਚੱਲੀ ਆ, ਇਹਨੇ ਸਮਾਜ ਸਾਂਝੇ ਲਈ ਕਾਮਨ ਸਕੂਲ ਸਿਸਟਮ ਜਿਹੜਾ ਬਣਾਉਣਾ, ਉਹਦੇ ਵੱਲ ਤੋਰਨ ਦੀ ਥਾਂ ਦੂਜੇ ਵੱਲ ਨੂੰ ਵਿਵਸਥਾ ਜਿਹੜੀ ਆ ਉਹ ਡਿਵੈਲਪ ਕੀਤੀ ਆ। ਇਸ ਕਰਕੇ ਅੱਜ ਵੱਡੀ ਲੋੜ ਇਸ ਗੱਲ ਦੀ ਆ ਕਿ ਇਸ ਦਿਸ਼ਾ ਵੱਲ ਐਜੂਕੇਸ਼ਨ ਨੂੰ ਮੁੜ ਮੋੜਾ ਦੇਣ ਦੀ ਲੋੜ ਆ, ਤਾਂ ਜੋ ਕੋਈ ਪੰਜਾਬ ਦਾ ਭਲਾ ਹੋ ਸਕਦਾ। ਪੰਜਾਬ ਦੇ ਜਿਹੜੀਆਂ ਪੋਜ਼ੀਟਿਵ ਕੋਈ ਚੰਗੀਆਂ ਧਿਰਾਂ ਨੇ ਜਾਂ ਚੰਗੇ ਸੋਚਣ ਵਾਲੇ ਲੋਕ ਨੇ, ਉਹਨਾਂ ਨੂੰ ਇਸ ਦਿਸ਼ਾ ਵੱਲ ਸੋਚਣ ਦੀ ਲੋੜ ਆ। ਨਹੀਂ ਪੰਜਾਬ ਵੀ ਬਾਕੀ ਸਟੇਟਾਂ ਵਾਂਗ ਇੱਥੇ ਮਤਲਬ ਡਰੋਪ ਆਊਟ ਵੱਧ ਗਿਆ, ਬੱਚੇ ਸਕੂਲਾਂ 'ਚ ਦਾਖਲਾ ਨਹੀਂ ਲੈ ਸਕੇ ਜਾਂ ਪੜ੍ਹਨ ਦੀਆਂ ਸਹੂਲਤਾਂ ਪ੍ਰੋਵਾਈਡ ਨਹੀਂ ਹੋਈ, ਕਿਉਂਕਿ ਇੱਕ ਵਾਰੀ ਲੋਕਾਂ ਦੀ ਜਿਹੜੀ ਆਰਥਿਕਤਾ ਉਹ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਅਤੇ ਹੋਣ ਦੀ ਪੋਸੀਬਿਲਿਟੀ ਬਹੁਤ ਜ਼ਿਆਦਾ। ਅਤੇ ਸਕੂਲ ਹੀ ਇਹੋ ਜਿਹਾ ਥਾਂ ਜਿੱਥੇ ਕਾਮਨ
ਬੱਚਾ ਵਿਕਟਮ ਨਹੀਂ ਬਣਨਾ ਚਾਹੀਦਾ।